ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਨਵਜੋਤ ਕੌਰ। ਤਾਂ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਉਸ ਮੀਟਿੰਗ ਦੀ ਜੋ ਕੁਝ ਹੀ ਦੇਰ ਦੇ ਵਿੱਚ ਹੋਣ ਜਾ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕਿਸਾਨਾਂ ਦੀ ਇਹ ਪਹਿਲੀ ਮੀਟਿੰਗ ਹੋਵੇਗੀ। ਅੱਜ ਸ਼ਾਮ ਗ੍ਰਹਿ ਮੰਤਰੀ ਦੇ ਘਰ ਇਹ ਮੀਟਿੰਗ ਹੋਣ ਜਾ ਰਹੀ ਹੈ। 13 ਕਿਸਾਨ ਜਥੇਬੰਦੀਆਂ ਦੇ ਆਗੂ ਇਹ ਮੁਲਾਕਾਤ ਕਰਨਗੇ ਔਰ ਪੰਜਾਬ ਦੀਆਂ 8 ਜਥੇਬੰਦੀਆਂ ਦੇ ਆਗੂ ਇਸ ਦੇ ਵਿੱਚ ਸ਼ਾਮਿਲ ਹੋਣਗੇ। ਇੱਕ ਕਾਨੂੰਨ ਰੱਦ ਕਰਨ ਤੇ ਵੀ ਵਿਚਾਰ ਕਰ ਰਹੀ ਹੈ ਸਰਕਾਰ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਨੂੰ ਦਿਖਾ ਰਹੇ ਹਾਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ। ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਮੀਟਿੰਗ ਹੋਣ ਜਾ ਰਹੀ ਹੈ ਅਮਿਤ ਸ਼ਾਹ ਗ੍ਰਹਿ ਮੰਤਰੀ ਦੇ ਨਾਲ। ਇਹ ਪਹਿਲੀ ਮੀਟਿੰਗ ਹੋਵੇਗੀ ਕਿਸਾਨਾਂ ਦੀ ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਕਿਸਾਨ ਆਗੂ ਆਪ ਵੀ ਮੀਟਿੰਗ ਕਰ ਰਹੇ ਨੇ ਔਰ ਰਣਨੀਤੀ ਤੈਅ ਕੀਤੀ ਜਾ ਰਹੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕੀ ਕੁਝ ਗੱਲਬਾਤ ਕੀਤੀ ਜਾਵੇਗੀ ਕਿਉਂਕਿ ਅਮਿਤ ਸ਼ਾਹ ਦੇ ਨਾਲ ਇਹ ਉਹਨਾਂ ਦੀ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਅਨਆਫੀਸ਼ੀਅਲ ਇਹ ਮੀਟਿੰਗ ਹੋਵੇਗੀ ਕਿਉਂਕਿ 6ਵੀਂ ਮੀਟਿੰਗ ਔਰ 6ਵੀਂ ਗੱਲਬਾਤ ਜਿਹੜੀ ਰਹਿਣ ਜਾ ਰਹੀ ਹੈ ਕੇਂਦਰ ਔਰ ਕਿਸਾਨਾਂ ਦੇ ਵਿੱਚ ਉਹ ਕੱਲ ਹੋਵੇਗੀ, ਯਾਨੀ ਕਿ ਕੱਲ 6ਵੇਂ ਰਾਉਂਡ ਦੀ ਮੀਟਿੰਗ ਹੋਵੇਗੀ। ਪਰ ਉਸ ਤੋਂ ਪਹਿਲਾਂ ਇੱਕ ਅਨਆਫੀਸ਼ੀਅਲ ਮੀਟਿੰਗ ਅਮਿਤ ਸ਼ਾਹ ਔਰ ਕਿਸਾਨਾਂ ਦੇ ਵਿਚਕਾਰ ਹੋਵੇਗੀ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਟਿਕਰੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਿਸਾਨ ਆਗੂ ਇਕੱਠੇ ਹੋਏ ਨੇ ਔਰ ਕੁਝ ਹੀ ਦੇਰ ਬਾਅਦ ਇਹਨਾਂ ਵੱਲੋਂ ਇੱਕ ਪ੍ਰੈਸ ਬਰੀਫਿੰਗ ਵੀ ਕੀਤੀ ਜਾਵੇਗੀ। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਆਗੂਆਂ ਵੱਲੋਂ ਖੁਦ ਵੀ ਮੀਟਿੰਗ ਕੀਤੀ ਗਈ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇਹ ਸਿੰਘੂ ਬਾਰਡਰ ਦੀਆਂ ਤਸਵੀਰਾਂ ਨੇ। ਹੁਣੇ ਅਪਡੇਟ ਮਿਲਿਆ ਇਹ ਸਿੰਘੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਿਸਾਨ ਆਗੂਆਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ। ਤਾਂ ਇਸ ਵੇਲੇ ਦੇਖਿਆ ਜਾਵੇ ਤਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਹਲਚਲ ਦੇਖੀ ਜਾ ਸਕਦੀ ਹੈ ਕਿਉਂਕਿ ਉਮੀਦ ਨਹੀਂ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਤਰ੍ਹਾਂ ਇੱਕ ਅਨਇਨਵਾਈਟਡ ਕਹਿ ਸਕਦੇ ਹਾਂ ਕਿ ਇੱਕ ਸੱਦਾ ਦਿੱਤਾ ਗਿਆ ਹੈ, ਜਿਹੜਾ ਇਨਵੀਟੇਸ਼ਨ ਹੈ ਉਹ ਦਿੱਤਾ ਗਿਆ ਹੈ ਔਰ ਗੱਲਬਾਤ ਦੇ ਲਈ ਬੁਲਾਇਆ ਗਿਆ। ਤਾਂ 13 ਕਿਸਾਨ ਜਥੇਬੰਦੀਆਂ ਦੇ ਆਗੂ ਇਹ ਮੁਲਾਕਾਤ ਕਰਨਗੇ। ਹਾਲਾਂਕਿ ਅਮਿਤ ਸ਼ਾਹ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਤੁਸੀਂ 5 ਮੈਂਬਰ ਦੀ ਕਮੇਟੀ ਬਣਾ ਕੇ ਆਓ, ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇਗੀ। ਪਰ ਕਿਸਾਨਾਂ ਨੇ ਇਹ ਗੱਲ ਤੇ ਵਿਚਾਰ ਕੀਤੀ ਔਰ ਉਸ ਤੋਂ ਬਾਅਦ ਇਹ ਡਿਸੀਜਨ ਲਿਆ ਗਿਆ ਕਿ 13 ਕਿਸਾਨ ਜਥੇਬੰਦੀਆਂ ਦੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ। ਪੰਜਾਬ ਦੀਆਂ 8 ਜਥੇਬੰਦੀਆਂ ਦੇ ਆਗੂ ਇਸ ਦੇ ਵਿੱਚ ਸ਼ਾਮਿਲ ਰਹਿਣਗੇ। ਤਾਂ ਸਿੰਘੂ ਬਾਰਡਰ ਤੋਂ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਔਰ ਗੁਰਨਾਮ ਸਿੰਘ ਚੜੂਣੀ ਦੇਖ ਸਕਦੇ ਆ ਆਪਾਂ। ਇੱਥੇ ਕਿਸਾਨ ਆਗੂ ਬੈਠੇ ਹੋਏ ਨੇ, ਹੋਰ ਵੀ तमाम ਜਥੇਬੰਦੀਆਂ ਦੇ ਆਗੂ ਇੱਥੇ ਮੌਜੂਦ ਨੇ। ਤਾਂ ਕੁਝ ਹੀ ਸਮੇਂ ਦੇ ਵਿੱਚ ਪ੍ਰੈਸ ਬਰੀਫਿੰਗ ਕੀਤੀ ਜਾਵੇਗੀ ਔਰ तमाम ਜੋ ਫੈਸਲੇ ਲਏ ਗਏ ਨੇ ਕਿਸਾਨ ਆਗੂਆਂ ਵੱਲੋਂ ਜੋ ਫੈਸਲੇ ਲਏ ਗਏ ਨੇ ਇਸ ਮੀਟਿੰਗ ਤੋਂ ਪਹਿਲਾਂ ਉਹ ਸਾਂਝਾ ਕੀਤਾ ਜਾਵੇਗਾ। ਤਸਵੀਰਾਂ ਤੁਸੀਂ ਸਿੰਘੂ ਬਾਰਡਰ ਤੋਂ ਦੇਖ ਸਕਦੇ ਹੋ ਜਿੱਥੇ ਕੁਝ ਹੀ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਅੱਜ ਮੀਟਿੰਗ ਹੋਣ ਜਾ ਰਹੀ ਹੈ। ਅੱਜ ਦੀ ਮੀਟਿੰਗ ਵੀ ਅਹਿਮ ਰਹਿ ਸਕਦੀ ਹੈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਜੇ ਮੰਨਿਆ ਜਾਵੇ ਤਾਂ 3 ਖੇਤੀ ਬਿੱਲਾਂ ਦੇ ਵਿੱਚੋਂ ਇੱਕ ਬਿੱਲ ਰੱਦ ਕਰ ਸਕਦੀ ਹੈ ਸਰਕਾਰ। ਇਸ ਤੇ ਸਰਕਾਰ ਵੱਲੋਂ ਡਿਸਕਸ਼ਨ ਕੀਤਾ ਗਿਆ ਹੈ, ਆਪਸੀ ਆਪਣੇ ਹਾਈ ਲੈਵਲ ਮੀਟਿੰਗ ਕਰਕੇ ਆਪਣੇ ਲੈਵਲ ਤੇ ਡਿਸਕਸ਼ਨ ਕੀਤਾ ਗਿਆ ਹੈ ਔਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਸੱਦਾ ਭੇਜਿਆ ਗਿਆ। ਯਾਨੀ ਕਿ ਕਿਸਾਨ ਜਥੇਬੰਦੀਆਂ ਇਸ ਮੀਟਿੰਗ ਵਾਸਤੇ ਪ੍ਰੀਪੇਅਰਡ ਨਹੀਂ ਸੀ ਪਰ ਉਸ ਤੋਂ ਪਹਿਲਾਂ ਮੀਟਿੰਗ ਕੀਤੀ ਗਈ। ਕਿਸਾਨ ਜਥੇਬੰਦੀਆਂ ਨੇ ਆਪਣੇ ਲੈਵਲ ਤੇ ਮੀਟਿੰਗ ਕੀਤੀ ਗਈ, ਆਗੂਆਂ ਨੇ ਆਪਸ ਦੇ ਵਿੱਚ ਚਰਚਾਵਾਂ ਕੀਤੀਆਂ ਔਰ ਕੀ ਕੁਝ ਉਸ ਚਰਚਾਵਾਂ ਦਾ ਨਿਚੋੜ ਹੈ, ਕੀ ਕੁਝ ਫੈਸਲੇ ਉਸ ਦੇ ਵਿੱਚ ਲਏ ਗਏ ਉਹ ਹੁਣੇ ਥੋੜੀ ਹੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਾਹਮਣੇ ਰੱਖ ਦਿੱਤੇ ਜਾਣਗੇ। ਤੁਹਾਨੂੰ ਇੱਕ ਵਾਰ ਸੁਣਾ ਦਿੰਦੇ ਆ ਖੇਤੀਬਾੜੀ ਮੰਤਰੀ नरेंद्र तोमर ने आखिर की कुछ किया। मैं तो किसानों से बात कर रहा हूँ, अच्छे माहौल में बात हो रही है और मैं आशावान हूँ कि निश्चित रूप से वार्ता के माध्यम। देखिए, मैं पूर्व में भी कहता रहा हूँ किसानों के नाम पर सियासत नहीं होनी चाहिए। जो राजनीतिक दल किसानों के नाम पर राजनीति करने की कोशिश कर रहे हैं उनको अपने गिरेबा में पहले झांकना चाहिए। वो या तो घोषणा पत्र के माध्यम से जनता को गुमराह कर रहे थे और या आज किसानों को गुमराह करने के लिए इस प्रकार का कृत्य कर रहे हैं। मैं आपके माध्यम से सभी राजनीतिक दलों को कहना चाहता हूँ कि किसानों को आप लोगों के इस प्रकार के उपेक्षापूर्ण नीतियों के कारण किसान बर्बादी के कगार पर पहुंच गया था। प्रधानमंत्री नरेंद्र मोदी जी खेती और किसानी को पटरी पर लाने के लिए जी तोड़ प्रयत्न कर रहे हैं।
और इस समय ज़रूरत इस बात की है कि कोई भी किसानों को गुमराह करने का प्रयास न करे। ਤਾਂ ਕਿਸਾਨਾਂ ਦੇ ਵਿੱਚ ਰੋਸ ਹੈ ਔਰ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਰੋਸ ਨੇ। ਆਖਿਰ ਕੀ ਨੇ ਉਹ ਖੇਤੀ ਬਿੱਲ ਔਰ ਕਿਸਾਨਾਂ ਦੇ ਵਿੱਚ ਕੀ ਕੁਝ ਸ਼ੰਕੇ ਨੇ, ਉਹ ਵੀ ਤੁਹਾਨੂੰ ਦੱਸ ਦਿੰਨੇ ਆ। ਸਭ ਤੋਂ ਪਹਿਲਾ ਬਿੱਲ ਕਿਸਾਨ ਉਪਜ ਵਪਾਰ ਅਤੇ ਵਣਜ ਬਿੱਲ 2020 ਹੈ। ਇਸ ਦੇ ਬਾਰੇ ਦੱਸ ਦਿੰਨੇ ਆ ਕਿ ਇਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਕਿਸਾਨਾਂ ਨੂੰ ਇਹ ਡਰ ਹੈ ਕਿ ਐਮਐਸਪੀ ਸਿਸਟਮ ਖਤਮ ਹੋ ਜਾਵੇਗਾ। ਕਿਸਾਨ ਜੇਕਰ ਮੰਡੀ ਦੇ ਬਾਹਰ ਫਸਲ ਵੇਚਣਗੇ ਤਾਂ ਸਰਕਾਰੀ ਮੰਡੀਆਂ ਵੀ ਖਤਮ ਹੋ ਜਾਣਗੀਆਂ, ਜਦੋਂ ਕਿ ਇਸ ਤੇ ਬਚਾਓ ਦੇ ਵਿੱਚ ਸਰਕਾਰ ਦਾ ਤਰਕ ਇਹ ਹੈ ਕਿ ਐਮਐਸਪੀ ਜਾਰੀ ਰਹੇਗੀ, ਮੰਡੀਆਂ ਖਤਮ ਨਹੀਂ ਹੋਣਗੀਆਂ। ਨਵੇਂ ਕਾਨੂੰਨ ਤਹਿਤ ਕਿਸਾਨ ਸਰਕਾਰੀ ਮੰਡੀਆਂ ਦੇ ਨਾਲ-ਨਾਲ ਦੂਜੀਆਂ ਥਾਵਾਂ ਉੱਤੇ ਵੀ ਆਪਣੀ ਫਸਲ ਵੇਚ ਸਕਣਗੇ। ਦੂਜੇ ਬਿੱਲ ਦੀ ਗੱਲ ਕੀਤੀ ਜਾਵੇ ਤਾਂ ਦੂਜਾ ਬਿੱਲ ਭਰੋਸੇਮੰਦ ਕੀਮਤ ਅਤੇ ਖੇਤੀਬਾੜੀ ਸੇਵਾਵਾਂ ਬਿੱਲ 2020। ਇਸ ਤੇ ਕਿਸਾਨਾਂ ਨੂੰ ਇਹ ਡਰ ਹੈ ਕਿ ਇਸ ਕਾਨੂੰਨ ਤਹਿਤ ਵੱਡੀ ਕੰਪਨੀਆਂ ਦੇ ਨਾਲ ਕੰਟਰੈਕਟ ਕਰਨ ਦੇ ਨਾਲ ਕਿਸਾਨ ਕਮਜ਼ੋਰ ਹੋ ਜਾਣਗੇ। ਕਿਸਾਨ ਫਸਲ ਦੀ ਕੀਮਤ ਤੈਅ ਨਹੀਂ ਕਰ ਸਕਣਗੇ। ਵਿਵਾਦ ਦੀ ਹਾਲਤ ਦੇ ਵਿੱਚ ਵੱਡੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ, ਜਦੋਂ ਕਿ ਸਰਕਾਰ ਦਾ ਤਰਕ ਹੈ ਕਿ ਕੰਟਰੈਕਟ ਕਰਨਾ ਹੈ ਜਾਂ ਨਹੀਂ, ਇਸ ਦੀ ਕਿਸਾਨ ਨੂੰ पूरी आजादी। पंजाब किसान यूनियन का पंजाब का प्रधान जो अज हमारी मीटिंग हुई है 32 जथेबंदियों के, पहले हम 30 जथेबंदी अभी 32 हो गए, 2 जथेबंदी हमारे नाल समर्थन में होर आ गए, जो 30 जथेबंदियां उसकी प्रधानगी सारे साथियों ने हमको सौंपी थी, हमने मतलब प्रधानगी करी है। मैं तो ज्यादा हिंदी तो नहीं बोलनी आती, पंजाबी लोग मैं कोशिश करूंगा जी, हाँ पंजाबी कर देना। ਪਹਿਲਾਂ ਤਾਂ ਅਸੀਂ ਰੋਲਦੂ ਸਿੰਘ ਮਾਨਸਾ ਪਹਿਲਾਂ ਜਿਹੜੀ ਅੱਜ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਪ੍ਰੈਸਲਾ ਤੇ ਖਾਸ ਕਰਕੇ ਜਿਹੜੇ ਲੋਕਾਂ ਨੇ ਅੱਜ ਭਾਰਤ ਬੰਦ ਰੱਖਿਆ ਹੈ, ਸ਼ਹਿਰੀ ਲੋਕਾਂ ਨੇ ਦੁਕਾਨਾਂ ਬੰਦ ਕਰੀਆਂ, ਜਿਹਦੀ ਟ੍ਰੈਫਿਕ ਜਾਂ ਮਤਲਬ ਵਹੀਕਲ ਤੇ ਉਹਨਾਂ ਨੇ ਖੜਾਏ ਨੇ ਆਪਦੇ, ਖਾਸ ਕਰਕੇ ਅਸੀਂ 32 ਜਥੇਬੰਦੀਆਂ ਵੱਲੋਂ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਮਰਥਨ ਦਿੱਤਾ ਹੈ। ਤੇ ਉਹ ਸਮਰਥਨ ਦੇ ਨਾਲ ਅੱਜ ਦੇ ਬੰਦ ਦੇ ਨਾਲ ਤਾਂ ਸੈਂਟਰ ਸਰਕਾਰ ਝੁਕੀ ਹੈ। ਜਦੋਂ ਸਾਰੇ ਲੋਕਾਂ ਦੀ ਹਮਾਇਤ ਮਿਲ ਜੇ, ਵਿਦੇਸ਼ਾਂ 'ਚ ਹਮਾਇਤ ਮਿਲ ਜੇ ਤਾਂ ਸਰਕਾਰਾਂ ਨੂੰ ਝੁਕਣਾ ਪੈਂਦਾ ਹੈ। ਅੱਜ ਵਾਲੀ ਸਾਡੀ ਮੀਟਿੰਗ ਦੇ ਵਿੱਚ ਮਤਲਬ ਜਿਹੜਾ ਸੈਂਟਰ ਸਰਕਾਰ ਸਾਨੂੰ ਇਹ ਕਹਿੰਦੀ ਸੀ ਵੀ ਦਿੱਲੀ ਦੇ ਵਿੱਚ ਅਸੀਂ ਪੈਰ ਨਹੀਂ ਧਰਨ ਦਿੰਦੇ, ਸਵਾਲ ਹੀ ਨਹੀਂ ਪੈਂਦਾ। ਹਰਿਆਣੇ 'ਚ ਭਾਰਤੀ ਜਨਤਾ ਪਾਰਟੀ ਸਰਕਾਰ ਦੀ, ਹਰਿਆਣੇ ਦਾ ਮੁੱਖ ਮੰਤਰੀ ਕਹਿੰਦਾ ਸੀ ਵੀ ਪੰਜਾਬ ਦੇ ਲੋਕਾਂ ਨੂੰ ਅਸੀਂ ਪੈਰ ਨਹੀਂ ਧਰਨ ਦਿੰਦੇ। ਪਰ ਮੈਂ ਵਧਾਈ ਦਿੰਦਾ ਜਿਹੜੀਆਂ ਸਾਡੀਆਂ ਜਥੇਬੰਦੀਆਂ ਹਰਿਆਣੇ ਵਾਲੀਆਂ ਨੇ, ਉਹ ਜੇ ਕਹਿ ਦਈਏ ਹਰਿਆਣਾ ਤੇ ਪੰਜਾਬ ਛੋਟਾ ਵੱਡਾ ਭਾਈ ਹੈ, ਤਾਂ ਉਹਨਾਂ ਨੇ ਕੀ ਕਰਿਆ, ਸਾਡੇ ਛੋਟੇ ਭਾਈ ਨੇ ਸਾਥੋਂ ਪਹਿਲਾਂ ਬੈਰੀਅਰ ਤੋੜ ਕੇ ਜੇ ਕਹਿ ਦਈਏ ਸਾਫ਼ ਕਰਕੇ ਸੜਕਾਂ, ਸਾਡੇ ਦੇ ਮੂਹਰੇ ਸੜਕਾਂ ਸਾਫ਼ ਕੀਤੀਆਂ, ਉਹ ਦਿੱਲੀ ਨੂੰ ਕੂਚ ਕੀਤਾ ਤੇ ਮਗਰੋਂ ਸਾਡੇ ਨੌਜਵਾਨ ਲੜਨ ਵਾਲੇ ਲੋਕ ਅਸੀਂ ਉੱਥੋਂ ਮਗਰ ਬੈਰੀਅਰ ਤੋੜ ਕੇ ਦਿੱਲੀ ਪਹੁੰਚੇ ਹਾਂ। ਪਰ ਜਦੋਂ ਅਸੀਂ ਦਿੱਲੀ ਇੱਥੇ ਪਹੁੰਚ ਗਏ, ਸੜਕਾਂ ਤੇ ਬਹਿ ਗਏ, ਤਾਂ ਸ਼ਾਹ ਜੀ ਇਹ ਗੱਲ ਕਹਿੰਦੇ ਸੀਗੇ, ਅਮਿਤ ਸ਼ਾਹ ਵੀ ਫਿਰ ਤਾਂ ਮੈਂ ਤੁਹਾਨੂੰ ਮੀਟਿੰਗ ਦੇਵਾਂਗਾ ਜੇ ਸਾਡੀ ਸ਼ਰਤ ਮੰਨੋਗੇ। ਪਰ ਸਾਡੀਆਂ ਜਿਹੜੀਆਂ ਲੜਨ ਵਾਲੀਆਂ ਜਥੇਬੰਦੀਆਂ ਨੇ, ਉਹਨਾਂ ਨੇ ਬਿਲਕੁਲ ਸ਼ਾਹ ਦੀ ਗੱਲ ਨੂੰ ਠਕਰਾਤਾ ਵੀ ਕੋਈ ਸ਼ਰਤ ਨਹੀਂ ਮੰਨਾਂਗੇ। ਸ਼ਰਤੋਂ ਕੀ ਮਨਾਉਣਾ ਚਾਹੁੰਦੇ ਸੀਗੇ, ਜਿਹੜਾ ਉਹ ਸਾਨੂੰ ਗਾਹਾਂ ਬਾਗ ਤੇ ਬੈਠਣ ਵਾਸਤੇ ਬਗਰਾੜੀ, ਉਹ ਮਤਲਬ ਇੱਕ ਖੁੱਲੀ ਜੇਲ੍ਹ ਹੈ। ਜਾ ਕੇ ਪ੍ਰੈਸ ਵਾਲੇ ਹੁਣ ਦੇਖ ਸਕਦੇ ਨੇ, ਤੰਬੂ ਲੱਗੇ ਨੇ, ਜੇਲ੍ਹ ਵਾਲੇ ਤੰਬੂ ਲੱਗੇ ਨੇ, ਉਹ ਸਾਨੂੰ ਉੱਥੇ ਬੰਦ ਕਰਨਾ ਚਾਹੁੰਦੇ ਸੀ। ਪਰ ਸਾਡੀ ਲੀਡਰਸ਼ਿਪ ਦੀ ਸੂਝਵਾਨ, ਸਾਡੇ ਲੜਨ ਵਾਲੇ ਲੋਕਾਂ ਦੀ ਸੂਝਵਾਨ ਤੇ ਅਸੀਂ ਇੱਥੇ ਬੈਠ ਗਏ। ਹਾਂ ਅਸੀਂ ਮੰਗਿਆ ਜੀ ਇਹਨਾਂ ਤੋਂ, ਸਾਨੂੰ ਰਾਮਲੀਲਾ ਗਰਾਊਂਡ ਦਿਓ, ਅਸੀਂ ਨਾ ਦਿੱਲੀ ਦੇ ਲੋਕਾਂ ਨੂੰ ਤਕਲੀਫ ਦੇਣੀ ਚਾਹੁੰਦੇ ਹਾਂ ਤੇ ਨਾ ਅਸੀਂ ਹਰਿਆਣੇ ਦੇ ਲੋਕਾਂ ਨੂੰ ਤਕਲੀਫ ਖੇਜ ਦੇਣਾ ਚਾਹੁੰਦੇ ਹਾਂ। ਸਾਨੂੰ ਰਾਮਲੀਲਾ ਦਿੱਤੀ ਨਹੀਂ, ਉੱਥੇ ਸਾਨੂੰ ਜੇਲ੍ਹ 'ਚ ਬੰਦ ਕਰਨਾ ਚਾਹੁੰਦੇ, ਉੱਥੇ ਅਸੀਂ ਗਏ ਨਹੀਂ, ਅਸੀਂ ਤਕਲੀਫ ਨਹੀਂ ਦਿੰਦੇ। ਸਾਨੂੰ ਸੈਂਟਰ ਸਰਕਾਰ ਨੇ ਇੱਥੇ ਰੋਕਿਆ ਹੋਇਆ। ਜਿਹੜੇ ਸਾਨੂੰ ਇਹ ਕਹਿੰਦੀ ਸ਼ਰਤਾਂ ਮੰਨ ਕੇ ਪਹਿਲਾਂ ਮੀਟਿੰਗ ਸਾਡੇ ਨਾਲ ਸ਼ੁਰੂ ਕੀਤੀਆਂ, 4 ਮੀਟਿੰਗਾਂ ਹੋਈਆਂ, ਮੇਰੀ ਗੱਲ 4 ਮੀਟਿੰਗਾਂ ਹੋਈਆਂ, ਕੋਈ ਮਤਲਬ ਸੈਂਟਰ ਦੇ ਵਜ਼ੀਰਾਂ ਨੇ ਕੋਈ ਰਾਹ ਨਹੀਂ ਦਿੱਤਾ। ਤੇ ਫਿਰ ਜਦੋਂ ਅਸੀਂ ਸਾਰੀ ਪ੍ਰੈਸ ਨੂੰ ਪਤਾ ਹੈ, ਜਦੋਂ ਚੁੱਪ ਧਾਰ ਲਈ ਸਾਰੀ ਲੀਡਰ ਜਥੇਬੰਦੀਆਂ ਕਹਿੰਦਾ ਵੀ ਹੁਣ ਤੁਸੀਂ ਬੋਲੀ ਚੱਲੋ, ਕਿਉਂ ਕਹਿੰਦੇ ਜੀ ਕੱਲੇ ਕੱਲੇ ਮੁੱਦੇ ਤੇ ਗੱਲ ਕਰੋ। ਅਸੀਂ ਕਹਿੰਦੇ ਜੀ ਕੱਲੀ ਕੱਲੀ ਮੰਗ ਤੇ ਗੱਲ ਕਰੋ, ਜਿਹੜੀ ਅਸੀਂ 8 ਮੰਗਾਂ ਦਿੱਤੀਆਂ, ਮੁੱਦਿਆਂ ਦਾ ਕੋਈ ਮਤਲਬ ਨਹੀਂ, ਕੱਲੀ ਕੱਲੀ। ਉਹ ਕਹਿੰਦੇ ਜੀ ਜਿਹੜੇ ਮਤਲਬ 3 ਕਾਨੂੰਨ ਬਣਾਏ ਨੇ, ਉਹਦੇ ਵਿੱਚੋਂ ਜਿਹੜੇ ਮਤਲਬ ਮੁੱਦੇ ਨੇ ਇੱਕ ਇੱਕ ਤੇ ਕਰ ਲਓ। ਅਸੀਂ ਬਿਲਕੁਲ ਪਹਿਲੇ ਦਿਨ ਹੀ ਜਵਾਬ ਦਿੱਤਾ ਸੀਗਾ ਵੀ ਅਸੀਂ ਉੱਤੇ ਗੱਲ ਬਿਲਕੁਲ ਨਹੀਂ ਕਰਾਂਗੇ। ਪਰ ਉਹਨਾਂ ਨੇ ਇਸ ਗੱਲ ਤੇ ਅੜੇ ਰਹੇ। 5ਵੀਂ ਜੇ ਕਹਿ ਦਈਏ
ਪੰਜਵੀਂ ਮੀਟਿੰਗ ਦੇ ਵਿੱਚ ਸਾਨੂੰ ਸਾਰੇ ਲੀਡਰਾਂ ਨੂੰ ਚੁੱਪ ਧਾਰਨੀ ਪਈ। ਪੌਣਾ ਘੰਟਾ ਉਹਨਾਂ ਦੇ ਅਫਸਰ ਤੇ ਉਹਨਾਂ ਦੇ ਲੀਡਰ ਮੰਤਰੀ ਬੋਲੀ ਗਏ ਤੇ ਫਿਰ ਜਿਹੜੇ ਸਾਡੇ ਚਾਲ ਬੁਲਾਰੇ ਨੇ ਵਧੀਆ ਸੂਝ ਦੇ ਨਾਲ ਸਾਡੀ ਅਗਵਾਈ ਕਰ ਰਹੇ ਨੇਗੇ, ਉਹਨਾਂ ਨੂੰ ਫੇਰ ਕਿਹਾ ਬਲਵੀਰ ਸਿੰਘ ਰਾਜੇਵਾਲ ਆਪ ਬੋਲੋ। ਉਹਨੇ ਹੱਥ ਬੰਨ੍ਹ ਤੇ ਮੈਂ ਬੋਲਣਾ ਨਹੀਂ। ਦਰਸ਼ਨਪਾਲ ਡਾਕਟਰ ਤੁਸੀਂ ਬੋਲੋ। ਉਹਨੇ ਹੱਥ ਬੰਨ੍ਹ ਤੇ ਸਿਰ ਮਾਰਤਾ। ਸਤਿ ਸ੍ਰੀ ਅਕਾਲ ਦੀ ਮਤਲਬ ਚਾਰਾਂ ਨੂੰ ਸਾਡੇ ਬੁਲਾਰਿਆਂ ਨੂੰ ਬੋਲਣ ਤੋਂ ਜਵਾਬ ਦਿੱਤਾ ਤੇ ਫੇਰ ਉੱਠ ਕੇ ਬਾਹਰ ਗਏ ਤੇ ਫੇਰ ਸਾਨੂੰ ਕਿਹਾ ਆ ਕੇ ਵੀ ਹੱਥ ਜੋੜ ਕੇ ਕਿਹਾ ਸਾਨੂੰ ਮੀਟਿੰਗ ਦਾ ਟਾਈਮ ਦਿਓ। ਅਸੀਂ ਕਿਹਾ ਮੰਗੋ। ਕਹਿੰਦੇ 7 ਤਰੀਕ ਦੇ ਦਿਓ। ਅਸੀਂ ਕਿਹਾ ਤੁਹਾਡੇ ਗੁਰੂ ਨੇ ਮੰਨਣਾ ਨਹੀਂ, 7 ਤਰੀਕ ਤੱਕ ਤੁਸੀਂ ਆਪਦੇ ਗੁਰੂ ਨੂੰ ਮਨਾ ਨਹੀਂ ਸਕਣਾ, ਹੋਰ ਸਮਾਂ ਲੈ ਲਓ, ਸਾਨੂੰ ਕੋਈ ਡਿੱਕਾ ਨਹੀਂ, ਸਾਡਾ ਕੋਲ ਜਿੰਨਾ ਮਰਜ਼ੀ ਲੰਮਾ ਹੋ ਜੇ। ਤਾਂ ਉਹਨਾਂ ਫੇਰ ਕਹਿੰਦੇ ਸਾਨੂੰ 8 ਤਰੀਕ ਦੇ ਦਿਓ। ਅਸੀਂ ਕਿਹਾ 8 ਨਹੀਂ ਦਿੰਦੇ, 8 ਅਸੀਂ ਭਾਰਤ ਬੰਦ ਕਰਿਆ ਸਾਰੀਆਂ ਜਥੇਬੰਦੀਆਂ ਨੇ। ਕਹਿੰਦੇ 9 ਤਰੀਕ ਦੇ ਦਿਓ, 9 ਦੇਤੀ। ਤੇ ਜਿਹੜੇ ਅੱਜ ਦੇ ਬੰਦ ਨੇ ਸਰਕਾਰ ਨੂੰ ਧਮਕਾਇਆ, ਸਰਕਾਰ ਨੂੰ ਮੂਹਰੇ ਲਾਇਆ। ਅੱਜ 7 ਵਜੇ ਜਿਹੜਾ ਸ਼ਾਹ ਕਹਿੰਦਾ ਜੀ ਮੈਂ ਗੱਲ ਨਹੀਂ ਕਰਦਾ ਜਥੇਬੰਦੀਆਂ ਨਾਲ, ਅੱਜ 7 ਵਜੇ ਸਾਡੀ ਮੀਟਿੰਗ ਸੱਦੀ ਹੈ ਤੇ ਅਸੀਂ ਜਾ ਰਹੇ ਹਾਂਗੇ। ਅਸੀਂ ਚੁਣੇ ਨੇ ਸਾਡੇ ਦੂਜੀਆਂ ਸਟੇਟਾਂ ਦੇ ਆਗੂ, ਉਹ ਹਰਿਆਣੇ ਦੇ, ਯੂਪੀ ਵਾਲੇ, ਦੂਜੀਆਂ ਸਟੇਟਾਂ, ਅਸੀਂ 13 ਆਗੂਆਂ ਨੇ ਜਾਣਾ। ਅਸੀਂ ਉੱਥੇ ਅੱਜ ਵੀ ਪ੍ਰੈਸ ਨੂੰ ਕਹਿ ਕੇ ਜਾਣਾ, ਅਸੀਂ ਕੁਝ ਨਹੀਂ ਬੋਲਣਾ, ਅਸੀਂ ਸ਼ਾਹ ਨੂੰ ਪੁੱਛਣਾ ਮਹਾਰਾਜ ਤੁਸੀਂ ਸਾਨੂੰ ਸੱਦਿਆ, ਦੱਸੋ ਕੀ ਕਹਿੰਦੇ ਹੋ, ਕੀ ਤੁਹਾਡੇ ਦਿਮਾਗ ਦੀ ਗੱਲ ਹੈ, ਕੀ ਕਿਸਾਨਾਂ ਦੀਆਂ ਗੱਲਾਂ ਮੰਨਦੇ ਹੋ, ਕੀ ਕਹੋ ਕਰਦੇ ਹੋ। ਸਰਕਾਰ ਹੁਣ ਇੱਕ ਇਸ ਗੱਲ ਤੇ ਅੜੀ ਹੋਈ ਹੈ, ਬਾਰ-ਬਾਰ ਕਹਿੰਦੀ ਹੈ ਅਸੀਂ ਪੰਜਾਬ ਦੀ ਮਤਲਬ ਮੰਗ ਮੰਨ ਲੈਂਦੇ ਆ, ਉਵੇਂ ਜੁਕਰ ਲਾਗੂ ਰਹਿ ਜਾਂਦੇ ਆ, ਹਰਿਆਣੇ ਦੀ ਮੰਨ ਲੈਂਦੇ ਆ। ਉਹ ਸਾਨੂੰ ਭੁੱਲ ਗਏ ਸਾਡੀ ਕੌਮ ਨੂੰ, ਉਹ ਭੁੱਲ ਗਏ ਸਾਡੇ ਲੜਨ ਵਾਲੇ ਲੋਕਾਂ ਨੂੰ। ਸਾਡੇ 10 ਗੁਰੂਆਂ ਨੇ ਆ ਕੇ ਇੱਥੇ ਸੀਸ ਦਿੱਤਾ ਹੈਗਾ, ਚਾਹੇ ਕਿਸੇ ਦੇ ਉੱਤੇ ਭੀੜ ਪਈ ਸੀ, ਚਾਹੇ ਉਹ ਮਤਲਬ ਕਹ ਜੀ ਰਾਜਾ ਨੂੰ ਬਾਹਰ ਕੱਢ ਕੇ ਲਿਆ। ਅਸੀਂ ਬਿਲਕੁਲ ਯੂਪੀ ਦੀਆਂ ਮੰਗਾਂ, ਸਾਰੇ ਭਾਰਤ ਦੇ ਕਿਸਾਨਾਂ ਦੀਆਂ ਮੰਗਾਂ ਮਨਾ ਕੇ ਫੇਰ ਦਮ ਲਵਾਂਗੇ। ਮੈਂ ਤਾਂ ਇੱਕੋ ਹੀ ਗੱਲ ਕਹਿਣਾ ਹੁੰਨਾ, ਜਾਂ ਤਾਂ ਕਿਸਾਨੋਂ ਮੰਗਾਂ ਦਵਾ ਕੇ ਲਿਜਾਵਾਂਗੇ ਤੇ ਜਾਂ ਡਾਂਗਾ ਖਾ ਕੇ ਜਾਵਾਂਗੇ। ਐਦੂ ਘੱਟ ਸਾਡਾ ਕੋਈ ਸਬਰ ਨਹੀਂ ਹੈ। ਮਤਲਬ ਮੈਂ ਇੱਕੋ ਹੀ ਗੱਲ ਕਹਿ ਕੇ ਆਪਦੀ ਗੱਲ ਸਮਾਪਤ ਕਰ, ਸਾਡੇ ਦੂਜੇ ਲੀਡਰ ਬੋਲਣਗੇ। ਮੈਂ ਇੱਕ ਗੱਲ ਕਹੀ ਹੈ, ਪ੍ਰੈਸ ਨੂੰ ਵੀ ਕਹਿਣਾ, 47 ਮੇਰੇ ਬਾਪੂ ਨੇ ਵੇਖੀ ਤੇ 84 ਮੈਂ ਦੇਖੀ ਤੇ ਆਹ ਦਿਨ ਮੇਰਾ ਪੋਤਾ ਦੇਖੂਗਾ ਦਿੱਲੀ ਦੇ ਵਿੱਚ ਆ, ਨਾਲ ਮੇਰੇ ਇੱਥੇ ਦਿੱਲੀ ਦੇ ਵਿੱਚ ਪੋਤਾ ਦੇਖੂ, ਉਹ ਇਤਿਹਾਸ ਲਿਖੂਗਾ ਵੀ ਸਾਡੇ ਦਾਦਿਆਂ ਦੇ ਨਾਲ ਕੀ ਬਣੀ। ਮੋਦੀ ਜੋ ਮਰਜ਼ੀ ਸੋਚੇ, ਇਹ ਲੜਨ ਵਾਲੇ ਲੋਕ ਸਾਰੇ ਭਾਰਤ ਦੇ ਲੋਕ, ਉਹ ਹਰਿਆਣੇ ਦੇ ਹੋਣ, ਯੂਪੀ ਦੇ ਹੋਣ, ਅਸੀਂ ਜੇ ਖੇਤਾਂ ਦੇ ਵਿੱਚ ਔਖਾ ਕੰਮ ਕਰ ਸਕਦੇ ਆ, ਖੇਤਾਂ ਦੇ ਵਿੱਚ ਸਾਡੇ ਸੱਪ ਲੜ ਸਕਦਾ, ਸਾਡਾ ਬਿਜਲੀ ਨਾਲ ਹੱਥ ਲੱਗ ਸਕਦਾ, ਫਿਰ ਅਸੀਂ ਇਹਨਾਂ ਦੀਆਂ ਗੋਲੀਆਂ ਤੋਂ ਡਰਦੇ ਸਾਰੀਆਂ ਮੰਗਾਂ ਬਣਾ ਕੇ ਜਾਵਾਂਗੇ। ਹੁਣ ਮੈਂ ਬੇਨਤੀ ਕਰਦਾ, ਸਾਡੇ ਹਰਿਆਣੇ ਦੇ ਆਗੂ ਨੇਗੇ ਤੇ ਇਹ ਗੱਲ ਕਰਨਗੇ। सभी मीडिया वाले भाइयों को भाई साहब यहाँ जाओ। कोई बात नहीं। सभी मीडिया वाले भाइयों को नमस्कार। ये जो आंदोलन है संयुक्त किसान मोर्चे के बैनर नीचे है, 30 जथेबंदी या 32 जथेबंदी नहीं बल्कि पूरे देश का आंदोलन है। पंजाब का आंदोलन ये ना समझा जाए, सारे देश का आंदोलन है। और 5 दौर की बातचीत में अभी तक कोई बहुत ज्यादा हम सफलता नहीं कह सकते, लेकिन आज फिर अमित शाह जी ने मीटिंग बुलाई है और उसमें जा रहे हैं। उसमें क्या निकलेगा तो जाके ही पता लगेगा। लेकिन हम कहना ये चाहते हैं कि सरकार को देख लेना चाहिए कि ये केवल किसान का आंदोलन भी नहीं बचा। अब तो पूरा जन समर्थन आज का जो बंद है उसको सुपर बंद कहा जा रहा है, और कश्मीर से कन्याकुमारी तक का बंद है। आज सभी प्रदेशों में, छोटे बड़े सभी प्रदेशों में इसका अच्छा असर देखने को मिला है, जो खबरें आ रही हैं। तो इससे उनको समझ जाना चाहिए कि अब बात मानने के अलावा कोई नहीं। और हम बताते हैं कि हमारे जो मांगे हैं तीनों देशों को वापस करने की, MSP की गारंटी का कानून बनवाने की, इससे नीचे हमारा कोई फैसला नहीं होगा। और हम इस आएंगे और सुनेंगे, बाद ही फैसला करेंगे कि हमने क्या करना है। लेकिन आज का सब जो बंद है उसके लिए हम अपनी प्रेस के माध्यम से ਤੁਸੀਂ ਸੁਣ ਰਹੇ ਸੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਤੇ
ਗੱਲਬਾਤ ਕਰਨ ਚੱਲੇ ਨੇ। ਕੁਝ ਹੀ ਸਮਾਂ ਰਹਿ ਗਿਆ ਮੀਟਿੰਗ ਨੂੰ। ਅਮਿਤ ਸ਼ਾਹ ਦੇ ਨਾਲ ਮਿਲਣ ਜਾਵਾਂਗੇ ਕਿਸਾਨਾਂ ਵੱਲੋਂ ਕਿਹਾ ਗਿਆ ਹੈ। ਸਾਡਾ ਸਿੱਧਾ ਸਵਾਲ ਹਾਂ ਜਾਂ ਨਾ, ਕਹਿ ਰਹੇ ਨੇ ਕਿਸੇ ਵੀ ਤਰ੍ਹਾਂ ਦੇ ਡਿਸਕਸ਼ਨ ਦੇ ਵਿੱਚ ਨਹੀਂ ਪਾਵਾਂਗੇ। ਸਾਡਾ ਸਿੱਧਾ ਸਵਾਲ ਹੋਵੇਗਾ ਹਾਂ ਜਾਂ ਨਾ, ਮੰਗਾਂ ਮਨਵਾ ਕੇ ਮੋਰਚਾ ਹਟਾਵਾਂਗੇ ਕਿਸਾਨਾਂ ਵੱਲੋਂ ਕਿਹਾ ਗਿਆ। ਔਰ 7 ਵਜੇ ਅਮਿਤ ਸ਼ਾਹ ਨੇ ਕਿਸਾਨਾਂ ਨੂੰ बुलाया। आज शाम 7 बजे की मीटिंग है और खेती कानून रद्द करने की मांग किसानों वालों एक बार फिर तो दोहराई जाएगी। तो किसानों वालों एक गल साफ कर दी गई है कि खेती कानून रद्द करवा के ही रवांगे, या तो असीं इत्थों मंगा मनवा के जावांगे या फिर डांगा। एक बार सभी देशवासियों का, सभी समर्थन करने वालों का और सभी वर्गों का, सभी संगठनों का धन्यवाद करना चाहूंगा। बहुत बहुत धन्यवाद। और अगले जो ਅੱਜ ਸਾਡਾ ਜਿਹੜਾ ਘੋਲ ਹੈ ਉਹ ਲਗਾਤਾਰ ਜਿੱਤ ਵੱਲ ਵਧ ਰਿਹਾ ਹੈ। ਭੋਗ ਸਿੰਘ ਮਾਨਸਾ ਭਾਰਤੀ ਕਿਸਾਨ ਯੂਨੀਅਨ ਮਾਨਸਾ ਸੂਬਾ ਪ੍ਰੈਜ਼ੀਡੈਂਟ, ਭੋਗ ਸਿੰਘ ਮਾਨਸਾ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਮਾਨਸਾ। ਅੱਜ ਜਿਹੜਾ ਸਾਡਾ ਘੋਲ ਹੈ ਉਸ ਨੂੰ ਫਲ ਲੱਗ ਰਿਹਾ ਹੈ। ਭਾਰਤ ਪੱਧਰ ਦਾ ਕਿਸਾਨ, ਭਾਰਤ ਪੱਧਰ ਦੇ ਲੋਕ, ਪ੍ਰੋਡਿਊਸਰ, ਪ੍ਰੋਸੈਸਰ, ਕੰਜ਼ਿਊਮਰ ਸਾਰੇ ਸਾਡੇ ਨਾਲ ਨੇ। ਉਸ ਨੇ ਸਿੱਧ ਕਰਤਾ ਕਿ ਜਿਹੜਾ ਅੱਜ ਅਸੀਂ ਬੰਦ ਦਾ ਸੱਦਾ ਦਿੱਤਾ ਸੀ, ਸਾਰਾ ਭਾਰਤ ਬੰਦ ਹੋਇਆ ਹੈ। ਸਾਰੇ ਭਾਰਤ ਦੇ ਲੋਕ ਉਹ ਭਾਵੇਂ ਕੋਈ ਵੀ ਕੰਮ ਕਰਦੇ ਨੇ, ਕਿਸ ਤਰ੍ਹਾਂ ਦਾ ਵੀ ਉਹਨਾਂ ਦਾ ਬਿਜ਼ਨਸ ਹੈ ਜਾਂ ਕਾਰੋਬਾਰ ਹੈ, ਮਜ਼ਦੂਰ ਹੈ, ਮੁਲਾਜ਼ਮ ਹੈ, ਸਾਰਿਆਂ ਨੇ ਸਾਡਾ ਸਾਥ ਦਿੱਤਾ ਹੈ। ਅਸੀਂ ਅੱਜ ਇਸ ਘੋਲ ਦੀ ਤਰਫੋਂ, ਸੰਯੁਕਤ ਮੋਰਚੇ ਦੀ ਤਰਫੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅੱਜ ਮੋਦੀ ਦੀ ਸਰਕਾਰ ਨੂੰ ਇਹ ਦੱਸ ਦਿੱਤਾ ਹੈ ਕਿ ਜਿਹੜਾ ਇਹ ਅੰਦੋਲਨ ਹੈ, ਜਿਹੜਾ ਇਹ ਸੰਘਰਸ਼ ਹੈ, ਜਿਹੜੇ ਕਾਲੇ ਕਾਨੂੰਨ ਨੇ, ਇਹਨਾਂ ਦਾ ਦੇਸ਼ ਦੇ 85% ਲੋਕਾਂ ਤੇ ਅਸਰ ਹੈ। ਉਹ 85% ਲੋਕ ਜਿਹੜੇ ਸਾਡੇ ਇਸ ਘੋਲ ਦੇ ਨਾਲ ਹਮਾਇਤ ਦੇ ਵਿੱਚ ਜਾਂ ਲਾ ਲਓ ਜਾਂ ਸਿੱਧੇ ਰੂਪ ਸ਼ਾਮਲ ਨੇ। ਸੋ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਔਰ ਅਸੀਂ ਜਿੰਨਾ ਚਿਰ ਇਹ ਕਾਲੇ ਕਾਨੂੰਨ ਆ ਜਿਹੜੇ ਪਾਸ ਕੀਤੇ ਨੇ ਇਹ ਰੱਦ ਨਹੀਂ ਕੀਤੇ ਜਾਂਦੇ, ਬਿਜਲੀ ਐਕਟ ਰੱਦ ਨਹੀਂ ਕੀਤਾ ਜਾਂਦਾ, ਜਿਹੜਾ ਪਰਾਲੀ ਵਾਲਾ ਆਰਡੀਨੈਂਸ ਲਿਆਂਦਾ ਜਾਂਦਾ ਉਹ ਰੱਦ ਨਹੀਂ ਕੀਤਾ ਜਾਂਦਾ, ਜਾਂ ਜਿਹੜੇ ਮਤਲਬ ਆਪਣਾ MSP ਹੈ ਉਹ ਲਾਗੂ ਨਹੀਂ ਕੀਤੀ ਜਾਂਦੀ ਅੱਛੀ ਤਰ੍ਹਾਂ ਜਿਹੜਾ ਹੈਗਾ ਕਾਨੂੰਨੀ ਤੌਰ ਤੇ। ਔਰ ਜਿਹੜੀ ਗਵਰਨਮੈਂਟ ਹੈ ਉਹ ਸਰਕਾਰੀ ਜਿਹੜੀ ਖਰੀਦ ਹੈ ਉਹ ਕਾਨੂੰਨੀ ਤੌਰ ਤੇ ਯਕੀਨੀ ਨਹੀਂ ਬਣਾਈ ਜਾਂਦੀ, ਤਦ ਤੱਕ ਜਿਹੜਾ ਇਹ ਸਾਡਾ ਅੰਦੋਲਨ ਜਾਰੀ ਰਹੇਗਾ। ਅੱਜ ਦੀ ਮੀਟਿੰਗ ਦਾ ਕੀ ਰਿਜ਼ਲਟ ਨਿਕਲਦਾ ਹੈ ਉਹਦੀ ਅਸੀਂ ਅੱਜ ਰਾਤ ਨੂੰ ਵਾਪਸ ਆਣ ਕੇ ਫਿਰ ਮੀਟਿੰਗ ਕਰਨੀ ਹੈ। ਉਸ ਮੀਟਿੰਗ ਤੋਂ ਬਾਅਦ ਜੋ ਕੁਝ ਉਹ ਪ੍ਰਕਿਰਿਆ ਹੋਵੇਗੀ ਉਹ ਅਗਲੇ ਦਿਨ ਜਿਹੜਾ ਹੈਗਾ ਅਸੀਂ ਅਨਾਉਂਸ ਕਰਾਂਗੇ ਔਰ ਅਗਲੇ ਦਿਨ ਹੀ ਜਿਹੜੇ ਅਗਲੇ ਘੋਲ ਦੀ ਜਿਹੜੀ ਰੂਪਰੇਖਾ ਹੈ ਉਹ ਲਿਖੀ ਜਾਵੇਗੀ। ਧੰਨਵਾਦ। ਸਾਰੀ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਪੂਰਾ ਹੀ ਸਹਿਯੋਗ ਦਿੱਤਾ ਹੈ ਸ਼ੁਰੂ ਤੋਂ ਲਾ ਕੇ ਅੱਜ ਤੱਕ ਔਰ ਅੱਗੇ ਤੱਕ ਦੇਣ ਦੀ ਆਸ ਕਰਾਂਗੇ। सवाल इसके बाद जो अपनी परंपरा है कि आदरणीय मीडिया के सभी बंधुओं, मैं एक इस आंदोलन का वो पहलू आपको दिखाने जा रहा हूं कि कैसे इस आंदोलन को पंजाब तक सीमित किया जाए, इस पर सरकार की पूरी कोशिश है। कैसे इसको खालिस्तान के साथ जोड़ा जाए, इस पर पूरी कोशिश है। किसको ऐसे विदेशी ताकतों के साथ जोड़ा जाए, इसकी पूरी कोशिश है। हमने 3 दिन पहले की वाइड में कहा था, आज भी कुछ देशों ने समर्थन दिया है कि ये हमारे देश का मामला है, हमारे घर का मामला है। हम अपने घर में इसको हम सुलझाएंगे, आपस में बैठ के बात करेंगे, मगर बाहरी किसी शक्ति की हस्तक्षेप हमको बर्दाश्त नहीं होगा। जो हमारी चिंता विदेशों में कर रहे हैं उनका हम बहुत बहुत धन्यवाद देते हैं, पर हम राष्ट्रवादी लोग हैं, राष्ट्र हमारे लिए सर्वोपरि है। एक अब दूसरी जो व्यवस्था है वो ये कि भारत में खास तौर से दक्षिण भारत के लोग आपको इस आंदोलन में दिखाई नहीं दे पा रहे हैं। 350 आदमियों को अरेस्ट किया अय्या कन्नू के साथ, केरल में अरेस्ट किया, ट्रेन का चार्ट देख के अरेस्ट कर रहे हैं, दूरी बाहर है। अय्या कन्नू किसी प्रकार से अपनी दाढ़ी मुड़वाकर और एयरपोर्ट पे पहुंचे हैं तो 50 पुलिस वाले वहां पहुंचकर उनका स्वागत करते हैं और उनको करोल बाग थाने के पास ले जाकर एक लॉज में ठहराया गया। मैं सुबह जब उनको लेने के लिए पहुंचा, सुप्रीम कोर्ट के बाहर वो खड़े हुए थे और उनके साथ काफी फोर्स खड़ा था, तो हमारी गाड़ी को भी वो थाने ले गए, हमको भी थाने ले गए करोल बाग। हमसे कहा कि आप तो जा सकते हैं, इनकी जांच जरूरी है। अय्या कन्नू वो व्यक्ति हैं जिन्होंने दिल्ली के जंतर मंतर पर 141 दिन
लगातार बड़ा प्रभावी आंदोलन किया था। अभी वो थाने में बैठे हुए हैं, उनको छोड़ा नहीं जा रहा है। एक व्यक्ति के पीछे जो 250 का फोर्स सुप्रीम कोर्ट के पास खड़ा था, आतंकवादी की भी इतनी चिंता नहीं होती जितना एक किसान की दक्षिण भारत की है। तो वो एक दक्षिण भारत से कोई किसान आ ना पाए इस आंदोलन में, ताकि वो स्वरूप ना दिख पाए, ये कोशिश है। इस कोशिश को हम नाकाम करेंगे। इसकी चर्चा भी हम ऊपर लेवल पर कर रहे हैं, और अगर उनको नहीं छोड़ा जाता है तो फिर हमको कोई ना कोई कमेटी में बैठ के निर्णय करना पड़ेगा। अभी बैठक के लिए हम लोग जा रहे हैं। मांगे वही जो मेरे सब साथियों ने बताई हैं, और उससे पीछे हमारे पास कोई रास्ता नहीं है। हम डेड लाइन पर खड़े हैं। आपने समय दिया, उसके लिए बहुत बहुत धन्यवाद। इधर कोने से, अब इधर मैं पीछे खड़े होकर बोल दूं, खड़े होकर बोल दूं, या काका जी यहाँ आ जाए, इधर आ। कोई नहीं, मैं इधर आ। कई पत्रकार साथियों ने ਤਾਂ ਤੁਹਾਨੂੰ ਦੱਸ ਦਈਏ ਕਿ ਪ੍ਰੈਸ ਕਾਨਫਰੰਸ ਤੁਸੀਂ ਸੁਣ ਰਹੇ ਸੀ, ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਗੱਲਬਾਤ ਕਰ ਰਹੇ ਸਨ। ਸ਼ਾਮ 7 ਵਜੇ ਗ੍ਰਹਿ ਮੰਤਰੀ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਰਹਿਣਗੇ, ਔਰ ਮੀਟਿੰਗ ਦੇ ਲਈ ਰਵਾਨਾ ਹੋ ਚੁੱਕੇ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ। 13 ਜਥੇਬੰਦੀਆਂ ਦੇ ਆਗੂ ਕਰਨਗੇ ਅਮਿਤ ਸ਼ਾਹ ਦੇ ਨਾਲ ਗੱਲਬਾਤ, ਔਰ ਪੰਜਾਬ ਦੀਆਂ 8 ਜਥੇਬੰਦੀਆਂ ਦੇ ਆਗੂ ਇਸ ਦੇ ਵਿੱਚ ਸ਼ਾਮਿਲ ਹੋਣਗੇ। ਜਥੇਬੰਦੀਆਂ ਦੇ ਆਗੂਆਂ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਪ੍ਰੈਸ ਬਰੀਫਿੰਗ ਦੇ ਦੌਰਾਨ, ਸਾਡਾ ਸਿੱਧਾ ਸਵਾਲ ਹੋਵੇਗਾ ਹਾਂ ਜਾਂ ਨਾ, ਯਾਨੀ ਕਿ ਕਿਸੇ ਤਰ੍ਹਾਂ ਦੀ ਲੰਬੀ ਚੌੜੀ ਡਿਸਕਸ਼ਨ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਕਿਸਾਨ ਜਥੇਬੰਦੀਆਂ ਦੇ ਆਗੂ। ਕਿਸਾਨ ਜਥੇਬੰਦੀਆਂ ਦਾ ਐਲਾਨ, ਅਮਿਤ ਸ਼ਾਹ ਨੂੰ ਮਿਲਣ ਜਾਵਾਂਗੇ ਔਰ ਸਾਡਾ ਸਿੱਧਾ ਸਵਾਲ ਹਾਂ ਜਾਂ ਨਾ ਹੋਵੇਗਾ, ਮੰਗਾਂ ਮਨਵਾ ਕੇ ਮੋਰਚਾ ਹਟਾਵਾਂਗੇ। 7 ਵਜੇ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ, ਔਰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਤੇ ਕਿਸਾਨ ਜਥੇਬੰਦੀ ਅੜੇ ਹੋਏ ਨੇ। ਤਾਂ ਪ੍ਰੈਸ ਕਾਨਫਰੰਸ ਦੀਆਂ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਸੀ ਸਿੰਘੂ ਬਾਰਡਰ ਤੋਂ, ਜਿੱਥੇ ਕਿ ਇੱਕ ਸਾਂਝੀ ਪ੍ਰੈਸ ਬਰੀਫਿੰਗ ਦੇ ਦੌਰਾਨ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਜ਼ਰੂਰ ਜਾਵਾਂਗੇ, ਔਰ ਕਿਹਾ ਗਿਆ ਕਿ ਜੋ ਅਮਿਤ ਸ਼ਾਹ ਪਹਿਲਾਂ ਸਾਡੇ ਨਾਲ ਮੁਲਾਕਾਤ ਕਰਨ ਵਾਸਤੇ तमाम ਸ਼ਰਤਾਂ ਰੱਖ ਰਹੇ ਸੀ, ਅੱਜ ਖੁਦ ਹੀ ਇਸ ਬੰਦ ਦੀ ਕਾਲ ਤੋਂ ਬਾਅਦ ਉਹ ਸਰਗਰਮ ਹੋ ਗਏ ਨੇ ਔਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਰਾਜ਼ੀ ਨੇ। ਫਿਲਹਾਲ ਇਸ ਮਾਮਲੇ ਤੇ ਵਧੇਰੇ ਜਾਣਕਾਰੀ ਵਾਸਤੇ ਮੇਰੇ ਸਹਿਯੋਗੀ ਰੋਹਿਤ ਬੰਸਲ ਸਾਡੇ ਨਾਲ ਟਿਕਰੀ ਬਾਰਡਰ ਤੋਂ ਜੁੜ ਚੁੱਕੇ ਨੇ। ਰੋਹਿਤ, ਕੁਝ ਹੀ ਸਮੇਂ ਤੋਂ ਬਾਅਦ, ਲਗਭਗ 2 ਘੰਟਿਆਂ ਤੋਂ ਬਾਅਦ ਮੀਟਿੰਗ ਹੋਣ ਜਾ ਰਹੀ ਹੈ ਅਮਿਤ ਸ਼ਾਹ ਔਰ ਕਿਸਾਨਾਂ ਦੇ ਵਿੱਚ। ਕਿਸਾਨਾਂ ਵੱਲੋਂ ਵੀ ਗੰਭੀਰ ਡਿਸਕਸ਼ਨਸ ਇਸ ਦੌਰਾਨ ਕੀਤੀਆਂ ਗਈਆਂ। ਕੀ ਕੁਝ ਲੱਗਦਾ ਕਿ ਕੁਝ ਫੈਸਲੇ ਕਿਸਾਨਾਂ ਵੱਲੋਂ ਕੀਤੇ ਗਏ ਨੇ, ਕਿਸ ਤਰ੍ਹਾਂ ਆਪਣੀ ਗੱਲ ਰੱਖਣਗੇ ਕਿਸਾਨ? जी बिल्कुल, जेकर अज की मीटिंग की गल की जाए तो मैं तस्वीरां तुहानूं दिखा देना। इस वक्त मैं टिकरी बॉर्डर पर रुकिया होया और जी अज की अमित शाह के नाल मीटिंग होने जा रही है, बेहद अहम मीटिंग है, क्योंकि कहा जाता है कि जो अमित शाह नाल मीटिंग होंदी है तो अमित शाह के नाल ही फैसले होंदे ने। बीजेपी के ज़्यादातर फैसले जो असीं कहीए सरकार के ज़्यादातर फैसले अमित शाह ही लैंदा, जां देश के प्रधानमंत्री नरेंद्र मोदी द्वारा ले जाते हैं। ਹੁਣ तक किसानों की जे मैं गल करा तो किसानों दी 5 मीटिंगां दे हो चुके हैं, पर ये सारियां मीटिंगां बेसिटा रही ने। किसी भी मीटिंग दे विच कोई भी ज़्यादा पॉजिटिव चीज़ सामने नहीं आई। हालांकि केंद्र वालों एक जो सुनेहा दिता गया सी, जिस दे बारे ऑफिशियली हाले तक गलबात नहीं की गई, पर जो किसान कहते हैं कि जेकर असीं गल करिए, गल दे विच एक चीज़ सामने आ रही है कि केंद्र जिहड़ा बिजली सोध बिल 2020 है, बिजली सोध बिल 2020 है, और जिहड़ा प्रदूषण नूं लैके 1 करोड़ जुर्माने वाला बिल बनाया गया, वो दोनों कानून केंद्र नूं लैके वापस करने लई तैयार है, पर दूजे पासे तिन्ने बिलों में सौदा करने लई तैयार है। पर किसान यूनियन पहले ही कह चुकी हैं कि असीं सौदा दे मनण वाले नहीं हैं, जिन्ना चिर कानून रद्द नहीं हो जाते असीं अपने जिहड़ा अंदोलन वो वापस नहीं लैण बारे। हालांकि केंद्र वालों ऑफिशियली अनाउंसमेंट होनी हाले बाकी है, पर सूत्रों के हवाले तो जो अहम जानकारी मिल रही थी कि केंद्र APMC का जो एक्ट है वो भी वापस लैण लई लगभग तैयार है। इस तो इलावा जिहड़े 2 सोध बिल सी वो लैण लई तैयार, और बाकी जिहड़े 2 बिल वजदे ने और जिहड़े 2 सोध बिल वजदे ने उन्हां दे विच केंद्र हाले तक कहा जा रहा है कि सोध करने लई तैयार है। कुछ किसान साडे नाल जुड़े हुए ने, उन्हां नाल गल करांगे कि उन्हां दा इस दे बारे की कहना है। जो किसानां नाल गल करांगे, अज पंजाब के किसानों की केंद्रीय गृह मंत्री अमित शाह नाल मुलाकात होने जा रही है। सब तो पहला असीं तुहानूं जानकारी दे दईए, किस तरह देखते हो उस मुलाकात नूं? नहीं, मुलाकात नूं ते मतलब कि मेरा नाम राम सिंह, शादेरी ब्लाक प्रधान दिड़बा सिद्धूपुर। भाई जी, जो मतलब कि अज का प्रोग्राम है भारत बंद का, जो जथेबंदियां ने सद्दा दिता, इस कॉल नूं मुख रख के तां ही मतलब कि प्रधानमंत्री साहब ते अपना अमित शाह की मीटिंग हो रही है। क्यों इसे नूं देख के मतलब कि इन्हां ने देख लिया भी मतलब कि जो पब्लिक है तां ये जथेबंदियां दे साथ दे रही है।
ਸਾਰੇ ਭਾਰਤ ਦੇ ਵਿੱਚ। ਮੰਨ ਲਓ ਲੱਗ ਰਿਹਾ ਕਿ ਅੱਜ ਦਾ ਜਿਹੜਾ ਭਾਰਤ ਬੰਦ ਸੀ ਉਸ ਦਾ ਕਿਤੇ ਨਾ ਕਿਤੇ ਕੇਂਦਰ ਤੇ ਅਸਰ ਹੋਇਆ। ਹਾਂਜੀ ਹਾਂਜੀ, ਪੂਰਾ ਜੀ 100% ਅਸਰ ਹੈ ਜੀ। ਇਸ ਮੀਟਿੰਗ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ, ਕਿਉਂਕਿ ਕਿਹਾ ਜਾਂਦਾ ਹੈ ਕਿ ਜਦੋਂ ਅਮਿਤ ਸ਼ਾਹ ਕਿਸੇ ਵੀ ਚੀਜ਼ ਨੂੰ ਹੱਲ ਕਰਨ ਦੇ ਲਈ ਅੱਗੇ ਆਉਂਦੇ ਨੇ ਤਾਂ ਲਗਭਗ ਮਸਲਾ ਹੱਲ ਸਮਝਿਆ ਜਾਂਦਾ ਹੈਗਾ। ਹਾਂਜੀ ਹਾਂਜੀ, 100% ਜੀ। ਮਤਲਬ ਕਿ ਵੀ ਜੇ ਅੱਜ ਵਾਲਾ ਜਿਹੜਾ ਭਾਰਤ ਬੰਦ ਦਾ ਮਤਲਬ ਕਿ ਸਮਰਥਨ ਕੀਤਾ ਹੈ ਸਾਰੇ ਭਾਰਤ ਦੇ ਵਿੱਚੋਂ ਤਕਰੀਬਨ, ਤਾਂ ਇਸੇ ਨੂੰ ਮੁੱਖ ਰੱਖ ਕੇ ਮਤਲਬ ਕਿ ਅਮਿਤ ਸ਼ਾਹ ਦੇ ਪ੍ਰਧਾਨ ਮੰਤਰੀ ਦੀ ਮੀਟਿੰਗ ਹੈ। ਸੋ ਜੇ ਮੈਂ ਪਿਛਲੀ ਮੀਟਿੰਗਾਂ ਦੀ ਵੀ ਗੱਲ ਕਰਾਂ ਤਾਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਸੀ ਕਿ ਜਿਹੜੇ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਜਦੋਂ ਮੁਲਾਕਾਤ ਲਈ ਆਉਂਦੇ ਨੇ ਤਾਂ ਉਹ ਸਾਨੂੰ ਬੇਬਸ ਨਜ਼ਰ ਆਉਂਦੇ ਨੇ, ਕਿਉਂਕਿ ਉਹਨਾਂ ਵੱਲੋਂ ਲਗਾਤਾਰ ਜਿਸ ਤਰ੍ਹਾਂ ਦੀ ਗੱਲਬਾਤ ਕੀਤੀ ਜਾਂਦੀ ਹੈ ਕਿਸਾਨਾਂ ਨਾਲ ਸਹਿਮਤੀ ਵੀ ਪ੍ਰਗਟਾਈ ਜਾਂਦੀ ਹੈ, ਪਰ ਉਹ ਕੇਂਦਰ ਸਰਕਾਰ ਦੇ ਹੱਥੋਂ ਬੇਬਸ ਨਜ਼ਰ ਆਉਂਦੇ ਨੇ। ਸੋ ਕਿਸਾਨ ਵੀ ਲਗਾਤਾਰ ਅੰਦਰ ਖਾਤੇ ਇਹ ਗੱਲ ਕਹਿ ਰਹੇ ਸੀ ਕਿ ਜੇਕਰ ਸਾਡੀ ਮੁਲਾਕਾਤ ਕਰਵਾਉਣੀ ਹੈ ਤਾਂ ਤੁਸੀਂ ਸਾਡੀ ਮੁਲਾਕਾਤ ਅਮਿਤ ਸ਼ਾਹ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਕਰਾਓ, ਕਿਉਂਕਿ ਪਹਿਲਾਂ ਕਿਸਾਨਾਂ ਦੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਦੀ ਮੁਲਾਕਾਤ ਹੁੰਦੀ ਹੈ, ਉਸ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਉਸੇ ਚੀਜ਼ ਦਾ ਅਪਡੇਟ ਅੱਗੇ ਦਿੰਦੇ ਨੇ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਅਪਡੇਟ ਜਿਹੜਾ ਅੱਗੇ ਦਿੰਦੇ ਹੋ ਇਸ ਦੀ ਬਜਾਏ ਤੁਸੀਂ ਸਿੱਧਾ ਸਾਡੇ ਨਾਲ ਗੱਲ ਕਰਵਾਓ ਤਾਂ ਸ਼ਾਇਦ ਮਸਲੇ ਦਾ ਹੱਲ ਜਲਦੀ ਨਿਕਲ ਸਕੇ। ਕੁਝ ਨੌਜਵਾਨ ਸਾਡੇ ਨਾਲ ਨੇ, ਨੌਜਵਾਨਾਂ ਨਾਲ ਗੱਲ ਕਰਾਂਗੇ। ਬਾਈ ਜੀ, ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਿਸਾਨਾਂ ਨਾਲ ਮੀਟਿੰਗ ਹੋਣ ਜਾ ਰਹੀ ਹੈ, ਕਿਸ ਤਰ੍ਹਾਂ ਦੇਖ ਰਹੇ ਹੋ? ਪਹਿਲਾਂ ਤਾਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਜੋ ਬੇਸਿੱਟਾ ਰਹੀਆਂ, ਹੁਣ ਦੇਖਦੇ ਹਾਂ ਜੋ ਸਾਡੇ ਕਿਸਾਨ ਆਗੂ ਜਾਣਗੇ ਉਹਨਾਂ ਦਾ ਜੋ ਫੈਸਲਾ ਆਊਗਾ ਜਾਂ ਦੱਸਣਗੇ ਸਾਨੂੰ ਅੱਗੇ, ਉਹ ਤੋਂ ਪਤਾ ਲੱਗੂ ਕਿਵੇਂ ਦੀ ਦੇ ਰਹੇ ਨੇ। ਜੇ ਮੈਂ ਰਾਜਨੀਤਿਕ ਤੌਰ ਤੇ ਦੇਖਾਂ, ਕਿਉਂਕਿ ਅਕਸਰ ਜਦੋਂ ਵੀ ਦੇਸ਼ ਦੇ ਵਿੱਚ ਕੋਈ ਸੰਕਟ ਆਉਂਦੇ ਜਾਂ ਬੀਜੇਪੀ ਤੇ ਕੋਈ ਸੰਕਟ ਆਉਂਦਾ ਤਾਂ ਉਹਨਾਂ ਨੂੰ ਹੱਲ ਕਰਨ ਦੇ ਲਈ ਅਮਿਤ ਸ਼ਾਹ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸਭ ਤੋਂ ਅੱਗੇ ਆਉਂਦੇ ਨੇ, ਤਾਂ ਕਿਸਾਨੀ ਸੰਕਟ 'ਚ ਪਹਿਲੀ ਮੁਲਾਕਾਤ ਹੈ ਜਿਹੜੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਣ ਜਾ ਰਹੀ ਹੈ, ਉਸ ਚੀਜ਼ ਨੂੰ ਕਿੱਦਾਂ ਦੇਖ ਰਹੇ ਹੋ? ਹੁਣ ਉਹਨਾਂ ਤੇ ਪਹਿਲਾਂ ਨਾਲੋਂ ਦਬਾਅ ਬਣਿਆ ਲੱਗਦਾ ਜੀ, ਦਬਾਅ ਬਣਾਵਾਂਗੇ ਵੀ, ਸਾਰੇ ਜੋਸ਼ 'ਚ ਨੇ ਮੁੰਡੇ, ਹੱਲ ਸਾਨੂੰ ਬਹੁਤ ਉਮੀਦ ਹੈਗੀ ਆ। ਪਰ ਜੇ ਨਾ ਵੀ ਹੋਈ, ਕੋਈ ਫੈਸਲਾ ਨਾ ਆਇਆ ਤਾਂ ਅਸੀਂ ਜ਼ਰੂਰ ਜੋ ਆਗੂਆਂ ਦਾ ਫੈਸਲਾ ਆਊਗਾ ਉਵੇਂ ਅਸੀਂ ਧਰਨੇ ਤੇ ਵੀ ਰਵਾਂਗੇ, ਡਟੇ ਰਵਾਂਗੇ, ਪੂਰਾ ਸਾਥ ਦੇਵਾਂਗੇ ਕਿਸਾਨ। ਸੋ ਸਾਫ਼ ਤੌਰ ਤੇ ਨੌਜਵਾਨ ਵੀ ਕਹਿ ਰਹੇ ਨੇ ਕਿ ਮੀਟਿੰਗ ਜਿਹੜੀ ਹੋਊਗੀ ਉਹ ਸਾਡੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ, ਉਸ ਦੇ ਵਿੱਚ ਜੋ ਵੀ ਸਿੱਟ ਆਊਗਾ, ਸਾਡੇ ਪ੍ਰਧਾਨ ਜੋ ਵੀ ਹੁਕਮ ਲਾਉਣਗੇ ਅਸੀਂ ਉਸ ਤੇ ਪੂਰ ਚੜਾਵਾਂਗੇ। ਸਾਫ਼ ਤੌਰ ਤੇ ਨੌਜਵਾਨ ਕਹਿ ਚੁੱਕੇ ਨੇ, ਕਿਉਂਕਿ ਕਿਹਾ ਜਾ ਰਿਹਾ ਕਿ ਜਿਹੜੀ ਮੂਵਮੈਂਟ ਸੀ ਇੱਕ ਝੰਡੇ ਥੱਲੇ ਕੰਮ ਕਰ ਰਹੀ ਹੈ। ਜਦੋਂ ਤੁਸੀਂ ਇੱਕ ਝੰਡੇ ਥੱਲੇ ਹੋ ਤਾਂ ਝੰਡੇ ਦੇ ਜਿਹੜਾ ਲੀਡਰ ਹੈਗਾ ਆਲਮ ਬਰਦਾਰ ਫਾਰਸੀ ਦੇ ਵਿੱਚ ਸ਼ਬਦ ਵਰਤਦੇ ਨੇ ਕਿ ਜਿਹੜਾ ਉਹ ਲੀਡਰ ਹੈਗਾ ਜੋ ਵੀ ਉਹ ਹੁਕਮ ਕਰੇਗਾ ਉਸ ਤੇ ਪੂਰ ਚੜਾਉਣਾ ਪਏਗਾ। ਔਰ ਖਾਸ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜੀ ਜਿੰਨੀਆਂ ਵੀ ਯੂਨੀਅਨਾਂ ਦੇ ਲੀਡਰਾਂ ਵੱਲੋਂ ਫੈਸਲੇ ਦਿੱਤੇ ਜਾਂਦੇ ਆ ਉਸੇ ਮੁਤਾਬਕ ਹੀ ਅੰਦੋਲਨ ਨੂੰ ਅੱਗੇ ਵਧਾਇਆ ਜਾਂਦਾ। ਨੌਜਵਾਨ ਲਗਾਤਾਰ ਬੈਰੀਗੇਟਾਂ ਤੇ ਰੁਕੇ ਹੋਏ, ਨੌਜਵਾਨ ਬੈਰੀਗੇਟਾਂ ਨੂੰ ਤੋੜ ਵੀ ਸਕਦੇ ਸੀ ਕਿਉਂਕਿ ਹਰਿਆਣਾ ਦੇ ਵਿੱਚ ਬਹੁਤ ਸਾਰੇ ਬੈਰੀਗੇਟ ਤੋੜ ਕੇ, ਪਰ ਨੌਜਵਾਨਾਂ ਨੇ ਕਿਹਾ ਕਿ ਅਸੀਂ ਜਾਬਤੇ 'ਚ ਰਹਿ ਕੇ ਅੱਗੇ ਵਧਣਾ, ਜਿੰਨਾ ਚਿਰ ਜਾਬਤਾ ਬਣਾਈ ਰੱਖਣਾ ਅਸੀਂ ਪ੍ਰਧਾਨਾਂ ਦੇ ਨਾਲ ਆ। ਜਿਸ ਦਿਨ ਪ੍ਰਧਾਨ ਸਾਨੂੰ ਕਹਿਣਗੇ ਕਿ ਦਿੱਲੀ 'ਚ ਐਂਟਰ ਹੋਣਾ ਅਸੀਂ ਅੰਦਰ ਐਂਟਰ ਹੋਣ ਲਈ ਤਿਆਰ ਆ, ਪਰ ਫਿਲਹਾਲ ਪ੍ਰਧਾਨਾਂ ਨੇ ਕਿਹਾ ਹੋਇਆ ਕਿ ਅਸੀਂ ਜਿਹੜਾ ਇਹ ਪੂਰਾ ਧਰਨਾ ਮੁਜ਼ਾਹਰਾ ਸ਼ਾਂਤੀਮਈ ਰੱਖਾਂਗੇ। ਔਰ ਖਾਸ ਗੱਲ ਇਹ ਹੈ ਕਿ ਸਾਡੀ ਬਜ਼ੁਰਗਾਂ ਦੇ ਨਾਲ ਗੱਲ ਹੋ ਰਹੀ ਸੀ, ਉਹ ਕਹਿ ਰਹੇ ਸੀ ਕਿ ਪੰਜਾਬ ਦੇ ਵਿੱਚ ਧਰਨੇ ਦਿੱਤੇ ਜਾ ਰਹੇ ਸੀ। ਧਰਨਾ ਇੱਕ ਛੋਟਾ ਸ਼ਬਦ ਹੈ ਪਰ ਹੁਣ ਇਹ ਮੋਰਚਿਆਂ ਦਾ ਰੂਪ ਲੈ ਚੁੱਕੇ ਨੇ। ਮੋਰਚਾ ਧਰਨੇ ਤੋਂ ਵੱਡੇ ਦਾ ਰੂਪ ਹੈ, ਪਰ ਉਸ ਤੋਂ ਵੀ ਅੱਗੇ ਦੀ ਗੱਲ ਹੁਣ ਇਹ ਲੋਕ ਲਹਿਰ ਬਣ ਚੁੱਕੇ ਨੇ। ਲੋਕਾਂ ਦਾ ਲਹਿਰ ਇੱਕ ਆ ਗਿਆ, ਲੋਕਾਂ ਦਾ ਇੱਕ ਅੰਦੋਲਨ ਬਣ ਚੁੱਕਾ। ਸਾਫ਼ ਤੌਰ ਤੇ ਇਹ ਲੋਕ ਰਹੇ ਨੇ, ਕੁਝ ਬਜ਼ੁਰਗ ਨੇ, ਉਹਨਾਂ ਨਾਲ ਗੱਲ ਕਰਾਂਗੇ। ਬਾਪੂ ਜੀ, ਇਸ ਅੰਦੋਲਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਅੱਜ ਦੀ ਜਿਹੜੀ ਮੁਲਾਕਾਤ ਅਮਿਤ ਸ਼ਾਹ ਦੇ ਨਾਲ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਨਿਕਲ ਸਕਦਾ ਸੀ ਸਿੱਟਾ, ਕੋਈ ਜੇ ਨਹੀਂ ਵੀ ਨਿਕਲੂਗਾ ਤਾਂ ਅਸੀਂ ਤਿਆਰ ਆ ਇੱਥੇ ਜਿੰਨਾ ਚਿਰ ਆਗੂਆਂ ਜਿਵੇਂ ਵੀ ਹੁਕਮ ਹੋਇਆ। ਕੋਈ ਪੋਜ਼ਿਟਿਵ ਰਿਸਪਾਂਸ ਆਉਣ ਦੀ ਉਮੀਦ ਲੱਗ ਰਹੀ ਹੈ? ਲੱਗ ਰਹੀ ਹੈ ਜੀ, ਕੱਲ ਨੂੰ ਹੋ ਸਕਦਾ ਹੈ ਇਹਦਾ। ਅੱਜ ਗ੍ਰਹਿ ਮੰਤਰੀ ਨਾਲ ਮੁਲਾਕਾਤ ਹੋਣ ਜਾ ਰਹੀ ਹੈ, ਕੱਲ ਨੂੰ ਫਿਰ ਇੱਕ ਮੀਟਿੰਗ ਹੋਣ ਜਾ ਰਹੀ ਹੈ। ਹਾਂਜੀ ਹਾਂਜੀ, ਉਹਦੇ 'ਚ ਕਰਨਗੇ ਕੋਈ ਹੱਲ। ਹੁਣ ਸਾਰਾ ਇਹਨਾਂ ਦੇ ਗੋਡਣੀ ਲੱਗੀ ਪਈ ਆ ਸਰਕਾਰ ਦੀ, ਇਹਦਾ ਹੱਲ ਹੋਊਗਾ। ਸੋ ਕੁਝ ਹੋਰ ਨੌਜਵਾਨ ਨੇ, ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹ ਵੀ ਗੱਲ ਕਹਿਣਾ ਚਾਹੁੰਦਾ ਜੀ, ਪਹਿਲਾਂ ਤਾਂ ਸਾਰਾ ਧੰਨਵਾਦ ਕਰਦਾ ਸੀ ਸਾਰੇ ਤੁਹਾਡਾ, ਜਿਹੜੀ ਤੁਸੀਂ ਸਾਡੀ ਆਵਾਜ਼ ਪਹੁੰਚਾਈ ਹੈ ਸਰਕਾਰ ਤੱਕ। ਤੇ ਬਾਕੀ ਅਸੀਂ ਗੱਲ ਕਹਿੰਦੇ, ਸਾਨੂੰ ਇਹ ਲੱਗ ਰਿਹਾ ਵੀ ਪਿਛਲੀਆਂ ਮੀਟਿੰਗਾਂ ਨਾਲੋਂ ਇਸ ਮੀਟਿੰਗ ਦਾ ਵੱਖਰਾ ਰਹੇਗਾ ਕੁਝ, ਕਿਉਂਕਿ ਅਸੀਂ ਦੇਖ ਰਹੇ ਹਾਂ ਰਾਤ ਵੀ ਅਸੀਂ ਇੱਥੇ ਸੀ, ਰਾਤ ਭਰ ਤੋਂ ਲੈ ਕੇ ਹਰਿਆਣੇ ਦੇ ਕਿਸਾਨਾਂ ਦਾ ਹੜ੍ਹ ਆ ਗਿਆ ਜੀ। ਅੱਜ ਦਿਨੇ ਵੀ ਰਾਤ ਨੂੰ ਵੀ ਬਹੁਤ ਮਤਲਬ ਇਹਦਾ ਪ੍ਰਭਾਵ ਇਹ ਗੱਲ ਦਾ ਜ਼ਰੂਰ ਪਊਗਾ ਜੀ। ਜੇਕਰ ਸਰਕਾਰ ਨੇ ਬਿਲਕੁਲ ਹੀ ਸਹੁੰ ਖਾ ਲਈ ਵੀ ਅਸੀਂ ਬਜ਼ੁਰਗਾਂ ਦੀ ਪੱਤ ਰੋਲਣੀ ਆ ਜਾਂ ਇਹਨਾਂ ਨੂੰ ਨਜਾਇਜ਼ ਤੌਰ ਤੇ ਤੰਗ ਪਰੇਸ਼ਾਨ ਕਰਨਾ, ਫਿਰ ਤਾਂ ਬੇਸ਼ੱਕ ਨਾ ਪ੍ਰਭਾਵ ਪਵੇ ਉਹਨਾਂ ਤੇ। ਪਰ ਜੇਕਰ ਉਹ ਮਾੜੀ ਮੋਟੀ ਉਹਨਾਂ 'ਚ ਅਹਿਮੀਅਤ ਹੈ, ਇਨਸਾਨੀਅਤ ਹੈ, ਤਾਂ ਇਹ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ। ਉਹਨਾਂ ਨੂੰ ਇਹ ਫੈਸਲੇ ਨੂੰ ਜ਼ਰੂਰ ਸ਼ਲਾਘਾ ਜੋ ਕੋਈ ਕਦਮ ਚੁੱਕ ਕੇ ਇਹਨੂੰ ਹੱਲ ਕਰਨਾ ਚਾਹੀਦਾ। ਇਹੀ ਸੋਚਦੇ ਜੀ ਵੀ ਹੱਲ ਹੋਊਗਾ ਇਹ। ਪਰ ਜੇ ਨਾ ਵੀ ਹੋਇਆ, ਜਿੰਨੇ ਜੀ ਇੱਥੇ ਜਿੰਨੀ ਸੰਖਿਆ ਖੜੇ ਆ, ਸਾਡੇ ਪਿੰਡਾਂ ਦੇ ਵਿੱਚ ਇਦੋਂ ਦੁੱਗਣੀ ਤਾਦਾਦ 'ਚ ਆਉਣ ਨੂੰ ਸਾਨੂੰ ਫੋਨ ਆ ਰਹੇ ਨੇ ਵੀ ਅਸੀਂ ਆ ਰਹੇ ਹਾਂ, ਪਰ ਅਸੀਂ ਰੋਕ ਕੇ ਰੱਖੇ ਨੇ। ਸਾਡੇ ਦੇ ਨੇਤਾ ਨੇ, ਉਹਨਾਂ ਨੇ ਕਿਹਾ ਹੋਇਆ ਕਿ ਹਜੇ ਬਿਨਾਂ ਕਹੇ ਤੋਂ ਕਿਸੇ ਨੇ ਨਹੀਂ ਆਉਣਾ, ਤੇ ਜਦੋਂ ਸਾਨੂੰ ਆਰਡਰ ਕਰਨਗੇ ਉਹ ਮਤਲਬ ਲੱਖਾਂ ਦੀ ਤਾਦਾਦ 'ਚ ਗਿਣਤੀ ਆਉਣ ਨੂੰ ਤਿਆਰ ਆ। ਪਰ ਆਪਾਂ ਇਹ ਚਾਹੁੰਦੇ ਹਾਂ ਵੀ ਸ਼ਾਂਤਮਈ ਸੰਘਰਸ਼ ਨਾਲ ਜੇ ਹੱਲ ਹੋ ਜੇ ਬਹੁਤ ਵਧੀਆ ਗੱਲ ਆ ਜੀ। ਤੇ ਅਸੀਂ ਸਾਰਿਆਂ ਦਾ ਪ੍ਰੇਮ ਭਾਈਚਾਰਾ ਬਣਿਆ ਰਹੇ। ਤੇ ਸਰ ਮਤਲਬ ਕਿ ਕੋਈ ਵੀ ਇਹੋ ਜਿਹੀ ਮੂਵਮੈਂਟ ਨਾ ਹੋਵੇ ਜਿਹਨਾਂ ਦੇਸ਼ ਦਾ ਆਪਣਾ ਨੁਕਸਾਨ। ਸਾਫ਼ ਤੌਰ ਤੇ ਸ਼ਾਂਤਮਈ ਅੰਦੋਲਨ ਚੱਲਦੇ ਰਹਿਣਗੇ। ਔਰ ਇੱਕ ਗੱਲ ਬਹੁਤ ਖਾਸ ਹੈ ਕਿ ਇਸ ਅੰਦੋਲਨ ਦੇ ਵਿੱਚ
ਜਿਹੜੇ ਆਸ-ਪਾਸ ਦੇ ਸੂਬੇ ਨੇ, ਅਸੀਂ ਗੱਲ ਕਰੀਏ ਹਰਿਆਣਾ ਦੀ, ਅਸੀਂ ਗੱਲ ਕਰੀਏ ਰਾਜਸਥਾਨ ਦੀ, ਤਾਂ ਸਭ ਤੋਂ ਵੱਡਾ ਜਿਹੜਾ ਯੋਗਦਾਨ ਇਸ ਅੰਦੋਲਨ ਦੇ ਵਿੱਚ ਮਿਲ ਰਿਹਾ ਉਹ ਹਰਿਆਣਾ ਦਾ ਯੋਗਦਾਨ ਮਿਲ ਰਿਹਾ। ਔਰ ਸਾਫ਼ ਤੌਰ ਤੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਬੇਸ਼ੱਕ ਵਿਛੜ ਕੇ ਅਲੱਗ-ਅਲੱਗ ਹੋ ਕੇ ਬੈਠੇ ਸੀ, ਪਰ ਇਸ ਅੰਦੋਲਨ ਨੇ ਸਾਨੂੰ ਇੱਕ ਕਰ ਦਿੱਤਾ, ਕਿਉਂਕਿ ਹਰਿਆਣਾ ਦਾ ਬਹੁਤ ਵੱਡਾ ਯੋਗਦਾਨ ਹੈ। ਹਰਿਆਣਾ ਦੀ ਜੇ ਗੱਲ ਕਰੀਏ ਤਾਂ ਹਰਿਆਣਾ ਤੋਂ तमाम ਖਾਣ ਪੀਣ ਵਾਲੀਆਂ ਵਸਤੂਆਂ, ਹਰਿਆਣਾ ਦੀ ਜੇ ਅਸੀਂ ਗੱਲ ਕਰੀਏ ਹਰਿਆਣਾ ਤੋਂ ਸਬਜ਼ੀਆਂ, ਹਰਿਆਣਾ ਤੋਂ ਫਲ, ਹਰਿਆਣਾ